साल हो गया सानू रेट दिते हुए नू वो भी इंप्लीमेंट नहीं हो रहा। उतो गैस भी बढ़ गई है, पेट्रोल भी बढ़ गया है। 13 दिन से ड्राइवर एकता बैठी हुई है अपने हक के लिए। ये सब अपने हक के लिए हैं, अपने विश्वास के लिए हैं। हमारा घर का खर्चा चलाना बिल्कुल ना के बराबर है। ਇੱਥੇ ਕੋਈ ਪ੍ਰਸ਼ਾਸਨ ਸੁਣਵਾਈ ਨਹੀਂ, ਕੋਈ ਕੁਝ ਨਹੀਂ। ਅਸੀਂ ਕੋਈ ਆਪਣੇ ਹੱਕਾਂ ਵਾਸਤੇ ਲੜ ਰਹੇ ਹਾਂ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਲੱਗਦਾ ਅਸੀਂ ਤਾਂ ਗੂੰਗੇ ਬੋਲੇ ਹਾਂ। ਪ੍ਰਸ਼ਾਸਨ ਨੂੰ ਵੀ ਨਹੀਂ ਸਾਡੀ ਗੱਲ ਸੁਣਦੀ ਹੈ। जे रेट नहीं बढ़ाओगे तो असं खुदकुशियाँ करने वास्ते मजबूर हो जाएंगे। वो तो जिम्मेवार सरकार होगी। आज हम रोड पे खड़े हैं, आज मजबूरन रोड पे उतरना पड़ा हमें, क्योंकि हमने देख लिया बैठ के कि ना प्रशासन इसमें सुन रही है हमारी और ना ही इस हमारे को मसला हल करने आ रहा है। इसलिए आज मजबूरन रोड पे उतरे। अगर आज रोड पे किसी भी ड्राइवर के साथ कोई भी दुर्घटना होती है तो सीधी सीधी है प्रशासन के जिम्मेवार होगी। ਜਿਹੜਾ ਕਾਨੂੰਨ ਬਣਾ ਲਿਆ ਕ੍ਰਿਕੇਟਡ ਕਾਨੂੰਨ ਜਿਹੜਾ ਬਣਾਇਆ ਤੁਸੀਂ ਸਟ੍ਰਾਈਕ ਕਰਕੇ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਹੜਤਾਲ ਤੇ ਬਣੇ 11ਵੀਂ स्ट्राइक ਤੇ ਬੈਠੇ ਆ। 15 ਜਨਵਰੀ ਦਾ ਟਾਈਮ ਦੇ ਰਹੇ ਆ, ਜ਼ਿਆਦਾ ਤੋਂ ਜ਼ਿਆਦਾ 31 ਜਨਵਰੀ ਤੱਕ ਸਾਨੂੰ ਰੂਲ ਬਣਾਦਾ। ਉਸ ਤੋਂ ਬਾਅਦ ਵੀ ਸਾਡੇ ਨਾਲ ਧੋਖਾ ਹੋਇਆ। ਮੈਨੂੰ 6 ਮਹੀਨੇ ਤੱਕ ਫਿਰ ਲੜਾਈ ਲੜਨੀ ਪਈ ਜੀ। ਫਿਰ ਜਾ ਕੇ ਅਸੀਂ 24/6 ਜਿਹੜੇ ਹੁਣ 3 ਦਿਨ ਬਾਅਦ 24/6 1 ਸਾਲ ਹੋ ਜਾਏਗਾ। ਪਿਛਲੇ ਸਾਲ ਉਹ ਕਾਨੂੰਨ ਬਣਵਾਇਆ ਜਿਹਨੂੰ ਐਗਰੀਗੇਟਰ ਰੂਲਸ ਬੋਲੇਗਾ, ਨੋਟੀਫਿਕੇਸ਼ਨ 2025। ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਉਹ ਹੈਗਾ ਕਿਰਾਇਆ। ਅੱਜ 98 ਰੁਪਏ CNG 99 ਰੁਪਏ ਹੋ ਗਈ ਤਾਂ ਵੀ ਸਾਡਾ 10-12 ਰੁਪਏ ਤੇ ਅਸੀਂ ਆਪਦਾ ਗੁਜ਼ਾਰਾ ਕਿਵੇਂ ਕਰਾਂਗੇ। ਉਹਨਾਂ ਗੱਡੀਆਂ ਦੇ ਖਰਚੇ ਕਮਰਸ਼ੀਅਲ ਦੇ ਬਹੁਤ ਮਹਿੰਗੇ ਨੇ। ਸਰਕਾਰ ਨੂੰ ਟੈਕਸ ਵੀ ਸਭ ਤੋਂ ਜ਼ਿਆਦਾ ਦੇ ਰਹੇ ਹੈ। ਰੀੜ ਦੀ ਹੱਡੀ ਅਸੀਂ ਹੈ, ਪਰ ਸਾਡੀ ਸੁਣਵਾਈ ਕੋਈ ਨਹੀਂ ਕਰਦਾ। ਡਰਾਈਵਰ ਦਾ ਨਾ ਕੋਈ ਮੈਡੀਕਲ ਹੈ, ਨਾ ਕੋਈ ESI ਹੈ, ਨਾ ਕੋਈ ਪੇ ਆਫ ਕਰਦਾ। ਵਿਚਾਰਾ 18 ਸਾਲ ਤੋਂ ਬੈਠਦਾ ਹੈ ਗੱਡੀ ਦੇ ਵਿੱਚ, 55-60 ਸਾਲ ਦੀ ਉਮਰ ਤੋਂ ਜਦੋਂ ਉਹਨੂੰ ਦਿਖਣਾ ਬੰਦ ਹੋ ਜਾਂਦਾ ਗੱਡੀ ਤੋਂ ਉਤਰ ਜਾਂਦਾ। ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨੂੰ ਕੋਈ ਨਾ ਉਹਦੀ ਕੋਈ ਪੈਨਸ਼ਨ ਹੈ। ਤੁਸੀਂ ਤਾਂ ਖੜੀ ਗੱਡੀ ਦਾ ਵੀ ਟੈਕਸ ਪੇ ਕਰਦੇ ਹੋ, ਤੁਹਾਨੂੰ ਕਮਾਈ ਘਟਦੀ ਹੈ। ਫਿਰ ਅਸੀਂ ਟੈਕਸ ਕਿਉਂ ਪੇ ਕਰਦੇ ਹਾਂ? ਅਸੀਂ ਕਮਰਸ਼ੀਅਲ ਨੰਬਰ ਪਲੇਟ ਕਿਉਂ ਲੈਂਦੇ ਹਾਂ? ਜੇ ਇਦਾਂ ਹੀ ਕੰਮ ਚੱਲਣਾ ਹੈ ਤਾਂ ਫਿਰ ਸਾਨੂੰ ਵੀ 4 ਪੈਸੇ ਵੱਧ ਬਚਣਗੇ, ਸਾਡੀ ਵੀ ਨੰਬਰ ਪਲੇਟ ਕਰ ਦਿਓ। ਅਸੀਂ ਸਰਕਾਰ ਨੂੰ ਪੈਸੇ ਦੇ ਰਹੇ ਹਾਂ ਜਾਂ ਐਡਮਿਨਿਸਟ੍ਰੇਸ਼ਨ ਨੂੰ ਪੈਸੇ ਦੇ ਰਹੇ ਹਾਂ ਤਾਂ ਸਾਨੂੰ ਕੰਮ ਵੀ ਘੱਟ ਮਿਲ ਰਿਹਾ, ਕਮਾਈ ਵੀ ਨਹੀਂ ਹੋ ਰਹੀ। ਇਹ ਡਰਾਈਵਰ ਭਰਾ ਨੇ ਜਿਹੜੇ ਰੋਜ਼ਾਨਾ ਮੇਰਾ ਖਿਆਲ ਹਜ਼ਾਰਾਂ ਲੱਖਾਂ ਜਿਹੜਾ ਢੋਆ ਢੁਆਈ ਦਾ ਕੰਮ ਕਰਦੇ ਹੈ, ਸਵਾਰੀਆਂ ਨੂੰ ਆਪਣੀ ਜਗ੍ਹਾ ਤੇ ਪਹੁੰਚਾਉਣ ਦਾ ਕੰਮ ਕਰ ਰਹੇ ਹੈ, ਉਹ 21 ਦਿਨਾਂ ਤੋਂ ਹੜਤਾਲ ਤੇ ਬੈਠੇ। ਇਹਨਾਂ ਜਿਹੜੀਆਂ ਕੰਪਨੀਆਂ ਦੇ ਨਾਲ ਜਿਹੜੇ ਇਹ ਇਸ ਐਪ ਨਾਲ ਅਟੈਚ ਹੋ ਕੇ ਤੇ ਫਿਰ ਇਹ ਆਪਣਾ ਰੋਜ਼ਗਾਰ ਚਲਾਉਂਦੇ। ਔਰ ਮੈਂ ਆ ਕੇ ਇਹਨਾਂ ਦੀ ਇੱਥੇ ਜਿਹੜੀ ਤਕਲੀਫ ਜਦੋਂ ਸੁਣੀ, ਇਹ ਮੈਨੂੰ ਲੱਗਿਆ ਕਿ ਬਹੁਤ ਵੱਡਾ ਇੱਕ ਨੈਕਸਸ ਜਿਹੜਾ ਹੈਗਾ ਉਹ ਦੇਸ਼ ਦੇ ਅੰਦਰ ਚੱਲ ਰਿਹਾ ਹੈ, ਉਹ ਚੰਡੀਗੜ੍ਹ ਦੇ ਅੰਦਰ ਵੀ ਚੱਲ ਰਿਹਾ ਹੈ। ਜਿਸ ਪ੍ਰਕਾਰ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਲਏ ਹੈ, ਇੱਕ ਬਲਾਬਲਾ ਵੀ ਕੰਪਨੀ ਹੈਗੀ ਹੈ ਜਿਹਦਾ ਕੋਈ ਅਜੇ ਅਤਾ ਪਤਾ ਨਹੀਂ ਵੀ ਕੌਣ ਚਲਾ ਰਿਹਾ, ਕਿੱਥੋਂ ਚੱਲਦੀ ਹੈ, ਕਿਵੇਂ ਚੱਲਦੀ ਹੈ, ਲੇਕਿਨ ਉਹ ਐਪ ਤਾਂ ਐਗਜ਼ਿਸਟ ਕਰਦੀ ਹੈ। ਉਹਦੇ ਤੇ ਟੈਕਸੀ ਵੀ ਆ ਜਾਂਦੀ ਹੈ, ਉਹਦੇ ਤੇ ਸਵਾਰੀ ਢੋ ਵੀ ਦਿੰਦੇ ਆ। ਕਈ ਤਾਂ ਡਰਾਈਵਰਾਂ ਨੂੰ ਵੀ ਮਾਰ ਕੇ ਸਿੱਟ ਗਏ ਉਸ ਐਪ ਜਿਨ੍ਹਾਂ ਨੇ ਉਹ ਉਸ ਦਾ ਇਸਤੇਮਾਲ ਕੀਤਾ ਸੀ। ਲੇਕਿਨ ਉਹ ਆਮ ਜਨਤਾ ਨੂੰ ਪਤਾ ਹੈ ਕਿ ਕੋਈ ਬਲਾ ਇਸ ਕਰਕੇ ਉਹਦੇ ਤੇ ਅਸੀਂ ਟੈਕਸੀ ਬੁਲਾ ਸਕਦੇ, ਲੇਕਿਨ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਹੀਂ। ਇਹਦਾ ਮਤਲਬ ਉਹ ਚੋਰੀ ਪਿੱਛੇ ਕੋਈ ਵਿਅਕਤੀ ਧੰਦਾ ਕਰ ਰਿਹਾ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ, ਜਿਹੜਾ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ। ਨਾ ਤਾਂ ਉਹ ਸਰਕਾਰ ਦੇ ਖਜ਼ਾਨੇ 'ਚ ਕੋਈ ਪੈਸਾ ਜਮ੍ਹਾਂ ਹੋ ਰਿਹਾ ਹੈ ਕਿ ਆਪ ਨੂੰ ਚਲਾ ਕੌਣ ਰਿਹਾ ਹੈ ਤੇ ਉਹਦੇ ਤੇ ਆ ਕੌਣ ਰਿਹਾ ਹੈ ਤੇ ਉਹਦੇ ਤੇ ਚੜ੍ਹ ਕੇ ਜਾ ਕੌਣ ਰਿਹਾ ਹੈ, ਇਹਦੀ ਜਾਣਕਾਰੀ ਐਡਮਿਨਿਸਟ੍ਰੇਸ਼ਨ ਨੂੰ ਬਿਲਕੁਲ ਨਹੀਂ ਹੈ। ਸੋ ਲੇਕਿਨ ਜਾਣਕਾਰੀ ਤਾਂ ਹੋਏਗੀ ਪੱਕੇ ਤੌਰ ਤੇ ਇਸ ਬਲਾ ਦੀ, ਲੇਕਿਨ ਉਹਨੂੰ ਇਗਨੋਰ ਕੀਤਾ ਜਾ ਰਿਹਾ ਕਿਉਂਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਾਂ ਐਡਮਿਨਿਸਟ੍ਰੇਸ਼ਨ ਇਹਦੇ 'ਚ ਇਨਵੋਲਵਡ ਹੋਏਗੀ 100%। ਸਰਕਾਰ ਪਾਲਿਸੀ ਬਣਾਵੇ, ਟਰਾਂਸਪੋਰਟ ਮੰਤਰਾਲਾ ਇਹ ਗੱਲ ਕਰੇ ਕਿ ਭਾਈ 5 ਰੁਪਏ ਦੇਵਾਂਗੇ, ਇਹ ਤੋਂ ਵੱਧ ਦੇਵਾਂਗੇ ਨਹੀਂ ਇਹਨਾਂ ਜਿਸ, ਕਿਉਂਕਿ ਤੁਹਾਡਾ ਲੱਗਿਆ ਕੀ ਹੈ ਭਾਈ, ਤੁਹਾਡੀ ਚਵੰਨੀ ਲੱਗੀ ਨਹੀਂ, ਤੁਸੀਂ ਐਪ ਬਣਾਈ ਹੈ, ਤੁਹਾਡਾ ਇੱਥੇ ਫਿਰ ਕੋਈ ਦਫ਼ਤਰ ਨਹੀਂਗਾ, ਕਿਸੇ ਦਾ ਮੈਡੀਕਲ ਨਹੀਂ ਹੁੰਦਾ, ਕਿਸੇ ਦੀ ਇੰਸ਼ੋਰੈਂਸ ਨਹੀਂ ਹੈ, ਕੋਈ ਮਰ ਜੇ ਖੱਪ ਜੇ ਉਹ ਸਾਰੀ ਚੀਜ਼ ਡਰਾਈਵਰ ਦੀ ਜ਼ਿੰਮੇਵਾਰੀ ਹੈ। ਸੋ ਇਹ ਧੱਕਾ ਜ਼ਾਸਤੀ ਸਾਡੇ ਨਾਲ ਡਰਾਈਵਰ ਭਰਾਵਾਂ ਨਾਲ, ਟੈਕਸੀ ਡਰਾਈਵਰ ਭਰਾਵਾਂ ਨਾਲ ਜ਼ਾਸਤੀ ਹੋ ਰਹੀ ਹੈ। ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਮੈਨੂੰ ਪ੍ਰਧਾਨ ਜੀ ਨੇ ਦੱਸਿਆ ਕਿ 35,000 ਦੇ ਲਗਭਗ ਇੱਥੇ ਟੈਕਸੀ ਡਰਾਈਵਰਸ ਹੈਗੇ ਨੇ ਜਿਹੜੇ ਟਰਾਈ ਸਿਟੀ ਚੱਲਦੇ ਨੇ। ਸੋ ਮੈਂ ਅੱਜ ਇੱਥੇ ਇਸ ਕਰਕੇ ਆਇਆ ਕਿ ਇਹਨਾਂ ਨਾਲ ਹਮਦਰਦੀ ਰੱਖਣ ਵਾਸਤੇ ਔਰ ਇਹਨਾਂ ਦੀ ਅਸੀਂ ਲੜਾਈ ਲੜਾਂਗੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ।
ਔਰ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨਾਲ ਵੀ ਇਹ ਗੱਲ ਕਰਾਂਗੇ ਔਰ ਦੇਸ਼ ਦੀ ਪਾਰਲੀਮੈਂਟ 'ਚ ਵੀ ਇਹ ਗੱਲ ਕਰਾਂਗੇ ਕਿ ਕੰਜ਼ਿਊਮਰ ਤੇ ਵੀ ਇਹਦਾ ਪੈਸਿਆਂ ਦਾ ਜਿਹੜਾ ਬੋਝ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਵੀ ਸਸਤੀ ਰਾਈਡ ਮਿਲਣੀ ਚਾਹੀਦੀ ਹੈ। ਲੇਕਿਨ ਜਿਹੜੇ ਪੈਸੇ ਹੈ ਤੁਸੀਂ ਇਹਨਾਂ ਦੀਆਂ ਆ ਜਿਹੜੀਆਂ ਐਪਸ ਵਾਲੀਆਂ ਕੰਪਨੀਆਂ ਇਹਨਾਂ ਨੂੰ ਇੱਕ ਰੂਲ ਬਣਾਓ ਕਿ ਕੋਈ ਵੀ ਐਪ ਨਵੀਂ ਬਣੇ ਜੀ ਸਦਕੇ ਬਣੇ ਆਵੇ ਚਲਾਵੇ, ਲੇਕਿਨ 5% ਤੋਂ ਅੱਧੀ ਵੱਧ ਉਹਨਾਂ ਨੂੰ ਪੈਸਾ ਨਹੀਂ ਲੈਣ ਦਿਆਂਗੇ। ਤੇ ਆਹ ਸਾਰੀਆਂ ਜਿਹੜੀਆਂ ਸ਼ਰਤਾਂ ਹੈ, ਜਿਹੜੀਆਂ ਟੈਕਸੀ ਡਰਾਈਵਰਸ ਦੀਆਂ ਮੰਗ ਹੈ, ਚਾਹੇ ਆਫਿਸ ਖੋਲ੍ਹਣ ਦੀ ਹੈ, ਚਾਹੇ ਮੈਡੀਕਲ ਦੀ ਹੈ, ਚਾਹੇ ਇੰਸ਼ੋਰੈਂਸ ਦੀ ਹੈ, ਇਹ तमाम ਸਾਰੀਆਂ ਮੰਗਾਂ ਉਹਦੇ ਵਿੱਚ ਉਹ ਸ਼ਰਤ ਦੇ ਦਿਲ ਕਰਦਾ ਕੋਈ ਐਪ ਬਣਾਵੇ, ਦਿਲ ਕਰਦਾ ਨਾ ਬਣਾਵੇ। ਸਭ ਤੋਂ ਵੀ ਟਾਈਮ ਲੈਣੇ ਆ ਔਰ गडकरी ਨੂੰ ਵੀ ਇਹਦੇ ਬਾਰੇ काफी दिनों से मेरे को पता चला कि टैक्सी ड्राइवर्स जो ओला उबर कोई इन ड्राइव जो इनके जरिए अपना कारोबार चलाते हैं, टैक्सीज चलाते हैं इन ऐप्स के जरिए, कंपनीज के जरिए, उनकी काफ़ी डिमांड्स हैं। उनको लेकर वो 21 दिन के धरने पर बैठे हैं। बहुत सी तकलीफ़ें जो मेरे को यहाँ पर आकर पता चली इन टैक्सी ड्राइवर्स मेरे भाइयों की, तो ये धक्का है। एक बला कोई कंपनी है, ऐप है, उससे बुकिंग होती है, लेकिन वो रजिस्टर्ड ही नहीं है। कौन चला रहा है, कैसे चला रहा है, एडमिनिस्ट्रेशन उसके साथ मिली हुई है। जब हमें कंज्यूमर को पता है कि एक बला कंपनी है, लेकिन चंडीगढ़ एडमिनिस्ट्रेशन को और पंजाब या इर्द गिर्द की एडमिनिस्ट्रेशन को क्यों नहीं पता? वो कंपनी गवर्नमेंट को चूना लगा रही है। कल को कोई हादसा हो जाए, बहुत से ऐसे हादसे आए हैं कि उसमें ड्राइवर लोग मरे हुए मिले। टैक्सी ड्राइवर की जिम्मेदारी क्या है जो बला में उसमें जो बेचारा कस्टमर चढ़ रहा है जहाँ टैक्सी वाला है। अभी इनकी डिमांड्स कोई सुनने वाला नहीं, इसके साथ जास्ती और धक्का किया जा रहा है। देश की सरकारों को मेरी गुजारिश है और चंडीगढ़ एडमिनिस्ट्रेशन गवर्नर साहब को मेरी गुजारिश है, आप इधर उधर दौरा कर रहे हैं कि भाई मैं लोगों के हित में दौरा कर रहा हूँ, ज़रा टैक्सी ड्राइवर भाइयों के पास भी ज़रा गवर्नर साहब आके इनकी तकलीफ सुन लीजिए। आपकी नाक के नीचे कानून बना हुआ है, उसकी धज्जियाँ उड़ रही। जानबूझ के टैक्सी ड्राइवर्स को मारने के लिए, इन देश के गरीबों को मारने के लिए इस देश के अंदर कानून बनाए जाते हैं। इन कंपनियों की मोनोपोलाइजेशन है और बड़े स्तर से लेकर निचले स्तर पर ये पैसा देते हैं। देश की पार्लियामेंट में गडकरी साहब को और आदरणीय गवर्नर साहब को, जो सोए हुए हैं कुंभकर्ण की नींद, उनको जगाने के लिए आपके माध्यम से आया हूँ। और चंडीगढ़ एडमिनिस्ट्रेशन और मैं ये भी कहना चाहता हूँ, भाई पुलिस वालों भाइयों, इनको परेशान मत करना। अब पूरी कांग्रेस इनके साथ खड़ी है, राजा वड़िंग खड़ा है।